सदियां तो लताड़ी हुई औरत नूं आज़ादी लैके दित्ती। हर वो इंसान जो शोषित होया ओदी ओह आवाज़ बनी। उन्हां ने जात पात, ऊच नीच अते धर्म दे अडंबरां नूं पूरी तरह नकारिया। उन्हां ने उस धर्म नूं धर्म ही कहण तो मना कर दिता जो भेदभाव करना सिखाउंदा होवे। उन्होंने अपने समाज के लिए हर कुर्बानी दी। अपना सारा परिवार अपने समाज तो वार दिता। अपने समाज नूं हर हक लैके देण दे लई उन्हां अपनी सारी उम्र संघर्ष लेके ला दी। आखिर उन्होंने उस धर्म नूं भी त्याग दिता जिस करके ये सारियां मुसीबतां पैदा हुईयां हन अते अपने समाज लई नवे रस्ते उलीक दिते जिस ते चल के ये समाज उचाइयां छू सकता है। ज्यों-ज्यों समा बीतदा गया ये छूआछूत दा रोग होर भयानक रूप लैंदा गया। ते शोषित समाज होर कमजोर होंदा गया क्योंकि ये समाज लगातार आर्थिक, मानसिक ते राजनीतिक पक्ष तो कमजोर हो गया सी। इंसान तो इंसान होने दा हक भी खोया जा रहा सी। इस समाज नूं आम रस्ते ते चलन तो भी रोकिया गया। मन मर्जी दे नाल पानी पीण दी भी मनाही सी। पाठ पूजा करना था कि मंत्रां श्लोकां दे सुनन ते भी बहुत कठोर सज़ा दित्ती जाती सी। जदों छूआछूत दी बीमारी दे नाल अपने आप नूं उच्चा समझण वालियां दा दिमाग पूरी तरह खराब हो चुकिया सी, उस वेले भारत दी धरती ते एक मसीहा हनेरे विचों दीपक बन के 14 अप्रैल 1891 नूं एक बालक दे रूप विच पैदा होया जिस दा नाम सी डॉक्टर भीमराव अंबेडकर। उन्हां ने समाज ते हो रहे उस जुलम नूं खुद वेख्या अते अपने उपर भी हंडाया। इस अणमनुखी वतीरे ने उन्हां नूं अंदर तक हिला के रख दिता। इस तो बाद उन्होंने जिथे भी कदम रखिया उत्थे ही नवा कीर्तिमान रचिया। स्कूल की सिक्ख्या तो लैके उच्च सिक्ख्या तक वो हमेशा पहले नंबर ते ही खड़े दिसते हैं। उन्होंने जिस भी यूनीवर्सिटी दे विच पढ़िया अज उस हर यूनीवर्सिटी दे विच उन्हां दा बुत लग्या होया है। डॉक्टर भीमराव अंबेडकर दा भारत के विकास दे विच जिन्ना योगदान रहा उन्ना शायद ही किसी होर राजनेता दा रहा होवेगा। एक अर्थशास्त्री, समाज शास्त्री, सिक्ख्या शास्त्री अते कानून के जानकार के तौर पर अंबेडकर ने आधुनिक भारत की नींह रखी सी अते देश उन्हां दे इस योगदान नूं लैके अज भी जागरूक नहीं है।
ਡਾਕਟਰ ਅੰਬੇਡਕਰ ਸੰਵਿਧਾਨ ਨਿਰਮਾਣ ਕਮੇਟੀ ਦੇ ਮੁਖੀ ਸਨ। ਉਹਨਾਂ ਦੇ ਆਧੁਨਿਕ ਭਾਰਤ ਦੇ ਸੰਵਿਧਾਨ ਨਿਰਮਾਣ ਦੀ ਜ਼ਿੰਮੇਵਾਰੀ ਸੀ। ਉਹਨਾਂ ਨੇ ਇੱਕ ਅਜਿਹੇ ਸੰਵਿਧਾਨ ਦੀ ਰਚਨਾ ਕੀਤੀ ਜਿਸ ਦੀਆਂ ਨਜ਼ਰਾਂ ਦੇ ਵਿੱਚ ਸਾਰੇ ਨਾਗਰਿਕ ਇੱਕ ਸਮਾਨ ਹੋਣ, ਜੋ ਧਰਮ ਨਿਰਪੱਖ ਹੋਵੇ, ਜਿਸ ਉੱਤੇ ਦੇਸ਼ ਦੇ ਸਾਰੇ ਨਾਗਰਿਕ ਵਿਸ਼ਵਾਸ ਕਰਨ। ਭੀਮ ਰਾਓ ਅੰਬੇਡਕਰ ਨੇ ਆਜ਼ਾਦ ਭਾਰਤ ਦੇ DNA ਦੀ ਰਚਨਾ ਕੀਤੀ ਸੀ। ਇਸ ਤੋਂ ਇਲਾਵਾ ਡਾਕਟਰ ਅੰਬੇਡਕਰ ਦੀ ਪ੍ਰੇਰਨਾ ਸਦਕਾ ਹੀ ਭਾਰਤ ਦੇ ਵਿੱਤ ਆਯੋਗ ਦੀ ਸਥਾਪਨਾ ਹੋਈ ਸੀ। ਡਾਕਟਰ ਅੰਬੇਡਕਰ ਦੇ ਵਿਚਾਰ ਨਾਲ ਹੀ ਭਾਰਤ ਦੇ ਕੇਂਦਰੀ ਬੈਂਕ ਦੀ ਸਥਾਪਨਾ ਹੋਈ, ਜਿਸ ਨੂੰ ਅੱਜ ਅਸੀਂ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਾਂ ਨਾਲ ਜਾਣਦੇ ਹਾਂ। ਦਮੋਦਰ ਘਾਟੀ ਪਰਿਯੋਜਨਾ, ਹੀਰਾਕੁੰਡ ਪਰਿਯੋਜਨਾ, ਸੋਨ ਨਦੀ ਪਰਿਯੋਜਨਾ ਨੂੰ ਸਥਾਪਿਤ ਕਰਨ ਦੇ ਵਿੱਚ ਵੀ ਡਾਕਟਰ ਅੰਬੇਡਕਰ ਨੇ ਵੱਡੀ ਭੂਮਿਕਾ ਨਿਭਾਈ ਸੀ। ਭਾਰਤ ਦੇ ਵਿੱਚ ਰੁਜ਼ਗਾਰ ਮੁਦਰਾ, ਇੰਪਲੋਇਮੈਂਟ ਐਕਸਚੇਂਜ ਦੀ ਸਥਾਪਨਾ ਵੀ ਡਾਕਟਰ ਅੰਬੇਡਕਰ ਦੇ ਵਿਚਾਰਾਂ ਅਨੁਸਾਰ ਹੀ ਹੋਈ ਸੀ। ਭਾਰਤ ਵਿੱਚ ਪਾਣੀ ਅਤੇ ਬਿਜਲੀ ਦੇ ਗ੍ਰਿਡ ਸਿਸਟਮ ਦੀ ਸਥਾਪਨਾ ਵਿੱਚ ਵੀ ਡਾਕਟਰ ਅੰਬੇਡਕਰ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ। ਭਾਰਤ ਨੂੰ ਇੱਕ ਸੁਤੰਤਰ ਜਾਣੂ ਆਯੋਗ ਵੀ ਡਾਕਟਰ ਅੰਬੇਡਕਰ ਦੀ ਹੀ ਦੇਣ ਹੈ। ਇਹ ਉਹ ਯੋਗਦਾਨ ਹੈ ਜਿਸ ਨੂੰ ਆਜ਼ਾਦੀ ਤੋਂ ਬਾਅਦ ਦੀਆਂ तमाम ਸਰਕਾਰਾਂ ਨੇ ਹਮੇਸ਼ਾ ਹੀ ਅਣਦੇਖਾ ਕੀਤਾ। ਯਾਨੀ ਯੋਜਨਾਵਾਂ ਅਤੇ ਵਿਚਾਰ ਡਾਕਟਰ ਅੰਬੇਡਕਰ ਦੇ ਸਨ, ਲੇਕਿਨ ਉਹਨਾਂ ਦਾ ਲਾਭ ਦੂਸਰੇ ਨੇਤਾਵਾਂ ਨੇ ਲਿਆ। ਇੱਥੇ ਅਸੀਂ ਤੁਹਾਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਡਾਕਟਰ ਅੰਬੇਡਕਰ ਦੇ ਵਿਚਕਾਰ ਚੱਲੇ ਰਾਜਨੀਤਿਕ ਯੁੱਧ ਦੇ ਕੁਝ ਉਦਾਹਰਣ ਵੀ ਦੱਸਣਾ ਚਾਹੁੰਦੇ ਹਾਂ। ਡਾਕਟਰ ਅੰਬੇਡਕਰ ਨਹਿਰੂ ਦੀ ਸਰਕਾਰ ਦੇ ਵਿੱਚ ਪਲਾਨਿੰਗ ਦਾ ਮੰਤਰਾਲਾ ਚਾਹੁੰਦੇ ਸਨ, ਲੇਕਿਨ ਨਹਿਰੂ ਨੇ ਅੰਬੇਡਕਰ ਨੂੰ ਸਿਰਫ ਕਾਨੂੰਨ ਮੰਤਰਾਲਾ ਦਿੱਤਾ, ਪਲਾਨਿੰਗ ਮੰਤਰਾਲਾ ਨਹੀਂ ਦਿੱਤਾ ਗਿਆ। ਡਾਕਟਰ ਅੰਬੇਡਕਰ ਵਿਦੇਸ਼ ਅਤੇ ਰੱਖਿਆ ਮਾਮਲਿਆਂ ਦੀਆਂ ਸਮਿਤੀਆਂ ਦੇ ਵਿੱਚ ਮੈਂਬਰੀ ਚਾਹੁੰਦੇ ਸਨ, ਲੇਕਿਨ ਨਹਿਰੂ ਸਰਕਾਰ ਨੇ ਅੰਬੇਡਕਰ ਨੂੰ ਐਸੀ ਕਿਸੇ ਵੀ ਸਮਿਤੀ ਦਾ ਮੈਂਬਰ ਨਹੀਂ ਬਣਾਇਆ। ਡਾਕਟਰ ਅੰਬੇਡਕਰ ਨਹਿਰੂ ਸਰਕਾਰ ਦੀ ਵਿਦੇਸ਼ੀ ਨੀਤੀ ਦੇ ਨਾਲ ਅਸਹਿਮਤ ਸਨ। ਡਾਕਟਰ ਅੰਬੇਡਕਰ ਹਿੰਦੂਆਂ ਦੇ ਵਿੱਚ ਸਮਾਜਿਕ ਅਧਿਕਾਰ ਅਤੇ ਮਹਿਲਾਵਾਂ ਨੂੰ ਸੰਪਤੀ ਦਾ ਅਧਿਕਾਰ ਦੇਣ ਦੀ ਗੱਲ ਕਰਨ ਵਾਲੇ ਹਿੰਦੂ ਕੋਡ ਨੂੰ ਸਮਾਜ ਸੁਧਾਰ ਦੇ ਲਈ ਜ਼ਰੂਰੀ ਮੰਨਦੇ ਸਨ, ਲੇਕਿਨ ਨਹਿਰੂ ਸਰਕਾਰ ਨੇ ਅੰਬੇਡਕਰ ਦੇ ਮੰਤਰੀ ਹੁੰਦੇ ਹੋਏ ਵੀ ਹਿੰਦੂ ਕੋਡ ਨੂੰ ਸਵੀਕਾਰ ਨਹੀਂ ਕੀਤਾ। ਇੱਥੋਂ ਤੱਕ ਕਿ ਡਾਕਟਰ ਅੰਬੇਡਕਰ ਨੂੰ ਭਾਰਤ ਰਤਨ ਸਨਮਾਨ ਦੇਣ ਦੇ ਲਈ ਵੀ ਕੋਈ ਪਹਿਲ ਨਹੀਂ ਕੀਤੀ ਗਈ, ਬਲਕਿ ਉਹਨਾਂ ਦੀ ਮੌਤ ਤੋਂ 34 ਸਾਲ ਬਾਅਦ VP ਸਿੰਘ ਸਰਕਾਰ ਨੇ 1990 ਵਿੱਚ ਉਹਨਾਂ ਨੂੰ ਭਾਰਤ ਰਤਨ ਦੇ ਨਾਲ ਸਨਮਾਨਿਤ ਕੀਤਾ। ਇਹਨਾਂ ਸੱਚਾਈਆਂ ਨੂੰ ਜਾਣਨਾ ਤੇ ਸਮਝਣਾ ਆਧੁਨਿਕ ਭਾਰਤ ਦੇ ਨਿਰਮਾਣ ਦੇ ਲਈ ਅਤੀ ਜ਼ਰੂਰੀ ਹੈ। ਗੁਲਾਮੀ ਦੇ ਨਾਲ ਸੰਘਰਸ਼ ਕਰਦੇ ਭਾਰਤ ਦੀ ਤਸਵੀਰ। ਸੈਂਕੜਾ ਸਾਲਾਂ ਦੇ ਸੰਘਰਸ਼ ਤੋਂ ਬਾਅਦ ਅੱਜ ਅਸੀਂ ਆਜ਼ਾਦ ਤਾਂ ਹੈ, ਲੇਕਿਨ ਦੇਸ਼ ਦੇ ਕਈ ਨਾਗਰਿਕ ਅਜਿਹੇ ਨੇ ਜਿਹੜੇ ਅੱਜ ਵੀ ਆਪਣੇ ਹੱਕ ਦੀ ਲੜਾਈ ਲੜ ਰਹੇ ਨੇ। ਦੇਸ਼ ਦੇ ਵਿੱਚ ਸਮਾਨ ਅਧਿਕਾਰ ਇਹ ਸੁਪਨਾ ਪਹਿਲੀ ਵਾਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਦੇਖਿਆ ਸੀ, ਜੋ ਅੱਜ ਤੱਕ ਪੂਰਾ ਨਹੀਂ ਹੋ ਸਕਿਆ। ਆਪਣੀ ਪੜ੍ਹਾਈ ਦੇ ਦੌਰਾਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਭਾਰਤ ਦੋ ਤਰ੍ਹਾਂ ਦੀ ਗੁਲਾਮੀ ਦੇ ਵਿੱਚ ਜਕੜਿਆ ਹੋਇਆ ਹੈ। ਪਹਿਲੀ ਅੰਗਰੇਜ਼ਾਂ ਦੇ ਦਮਨ ਤੇ ਅਤਿਆਚਾਰ ਦੀ ਗੁਲਾਮੀ, ਦੂਸਰੀ ਤਰਫ ਜਾਤੀ ਅਤੇ ਵਰਣਨ ਵਿਵਸਥਾ ਤੋਂ ਤਿਰਸਕਾਰ ਅਤੇ ਅਸਮਾਨ ਸਹਿਣ ਦੀ ਗੁਲਾਮੀ। ਸਕੂਲ ਦੇ ਵਿੱਚ ਬਾਕੀ ਦਲਿਤ ਬੱਚਿਆਂ ਵਾਂਗ ਭੇਦਭਾਵ ਅੰਬੇਡਕਰ ਨੇ ਤਾਂ ਸਕੂਲ ਜੀਵਨ ਵਿੱਚ ਹੀ ਅੱਜ ਤਿਰਸਕਾਰ ਬਰਦਾਸ਼ਤ ਕੀਤਾ ਸੀ। ਅਪਮਾਨ ਅਤੇ ਤਿਰਸਕਾਰ ਅੰਬੇਡਕਰ ਦੇ ਸਕੂਲ ਜੀਵਨ ਤੱਕ ਹੀ ਸੀਮਿਤ ਨਹੀਂ ਰਿਹਾ। ਉਹਨਾਂ ਦਾ ਜੀਵਨ ਇਹੋ ਜਿਹੀਆਂ ਅਪਮਾਨਾਂ ਦੀਆਂ ਘਟਨਾਵਾਂ ਦੇ ਨਾਲ ਭਰਿਆ ਹੋਇਆ ਸੀ।
ਅੰਗਰੇਜ਼ਾਂ ਨਾਲ ਲੜਨ ਦੇ ਲਈ ਪੂਰਾ ਦੇਸ਼ ਖੜਾ ਸੀ। ਦਲਿਤ ਅਤੇ ਸ਼ੋਸ਼ਿਤ ਲੋਕਾਂ ਦੇ ਅਧਿਕਾਰਾਂ ਦੇ ਲਈ ਇਕੱਲੇ ਡਾਕਟਰ ਅੰਬੇਡਕਰ ਸਮਾਜ ਦੇ ਉੱਚ ਵਰਗ ਤੇ ਕਾਂਗਰਸ ਦੇ ਨਾਲ ਸੰਘਰਸ਼ ਕਰ ਰਹੇ ਸਨ। ਡਾਕਟਰ ਅੰਬੇਡਕਰ ਜੀ ਦਾ ਮੰਨਣਾ ਸੀ ਕਿ ਦੇਸ਼ ਦੀ ਤਰੱਕੀ ਦੇ ਲਈ ਦੇਸ਼ ਦੇ ਹਰ ਵਰਗ ਨੂੰ ਸਮਾਨਤਾ ਦਾ ਅਧਿਕਾਰ ਮਿਲਣਾ ਜ਼ਰੂਰੀ ਹੈ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ। ਕਾਂਚੀ ਟੀਵੀ ਨਾਲ ਹੀ ਦਬਾਓ ਘੰਟੀ ਦਾ ਬਟਨ।